ਮੇਰੇ ਬੇਟੇ ਦੀ ਮੌਤ ਤੋਂ ਬਾਅਦ ਮੇਰੀ ਨੂੰਹ ਕੰਮ 'ਤੇ ਜਾਣ ਲੱਗੀ। ਉਹ ਸਾਰੀ ਰਾਤ ਬਾਹਰ ਰਹਿੰਦੀ, ਕਹਿੰਦੀ ਕਿ ਰਾਤ ਦੀ ਡਿਊਟੀ ਮਿਲੀ ਹੈ। ਉਹ ਹਰ ਮਹੀਨੇ 50,000 ਰੁਪਏ ਲੈ ਕੇ ਆਉਂਦੀ ਸੀ। ਮੈਂ ਸੋਚ ਰਹੀ ਸੀ ਕਿ ਮੇਰੀ ਨੂੰਹ ਤਾਂ ਅਨਪੜ੍ਹ ਹੈ, ਫਿਰ ਅਜਿਹਾ ਕਿਹੜਾ ਕੰਮ ਕਰਦੀ ਸੀ ਜੋ ਇੰਨੀ ਤਨਖਾਹ ਮਿਲਦੀ ਹੈ। ਕਈ ਵਾਰ ਉਸਦੇ ਕੱਪੜੇ ਵੀ ਫਟੇ ਹੁੰਦੇ, ਸਰੀਰ 'ਤੇ ਜ਼ਖਮ ਵੀ ਹੁੰਦੇ। ਮੈਨੂੰ ਉਸ 'ਤੇ ਸ਼ੱਕ ਹੋਣ ਲੱਗਿਆ ਤਾਂ ਇੱਕ ਦਿਨ ਮੈਂ ਉਸਦੇ ਪਿੱਛੇ ਗਈ। ਉਸ ਦਾ ਕੰਮ ਦੇਖ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ, ਕਿਉਂਕਿ ਉੱਥੇ ਤਾਂ ਮੇਰਾ ਇੱਕ ਹੀ ਬੇਟਾ ਸੀ ਜਿਸ ਦਾ ਵਿਆਹ ਮੈਂ ਬਹੁਤ ਧੂਮ-ਧਾਮ ਨਾਲ ਕੀਤਾ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਮੈਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਬੇਟੇ ਨੂੰ ਪੜ੍ਹਾਇਆ ਲਿਖਾਇਆ ਸੀ ਤਾਂ ਕਿ ਉਹ ਮੇਰੇ ਬੁਢਾਪੇ ਦਾ ਸਹਾਰਾ ਬਣ ਸਕੇ, ਪਰ ਸ਼ਾਇਦ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਹੋ ਜਾਵੇਗਾ। ਇੱਕ ਦਿਨ ਅਚਾਨਕ ਮੇਰੇ ਬੇਟੇ ਨੂੰ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਮੇਰਾ ਇਕਲੌਤਾ ਪੁੱਤ ਸੀ, ਉਸਦੇ ਸਹਾਰੇ ਹੀ ਮੈਂ ਹੁਣ ਤੱਕ ਜਿਉਂ ਰਹੀ ਸੀ। ਉਸਦੀ ਮੌਤ ਨੇ ਮੇਰੇ ਜਿਉਣ ਦੀ ਉਮੀਦ ਹੀ ਖਤਮ ਕਰ ਦਿੱਤੀ ਸੀ। ਮੇਰੇ ਮਨ ਵਿੱਚ ਆ ਰਿਹਾ ਸੀ ਕਿ ਰੱਬ ਉਸਦੀ ਜਗ੍ਹਾ ਮੈਨੂੰ ਲੈ ਜਾਂਦਾ। ਬੇਟੇ ਦੇ ਗਮ ਵਿੱਚ ਮੈਂ ਬਿਮਾਰ ਹੋ ਗਈ। ਮੇਰੀ ਜਵਾਨ ਨੂੰ 2 ਸਾਲ ਪਹਿਲਾਂ ਹੀ ਮੇਰੇ ਬੇਟੇ ਨਾਲ ਵਿਆਹ ਕਰਕੇ ਮੇਰੇ ਘਰ ਆਈ ਸੀ। ਉਹ ਵਿਧਵਾ ਹੋ ਗਈ। ਉਹ ਵੀ ਹਮੇਸ਼ਾ ਰੋਂਦੀ ਰਹਿੰਦੀ, ਪਰ ਹੋਣੀ ਨੂੰ ਕੌਣ ਟਾਲ ਸਕਦਾ ਸੀ। ਮੇਰੀ ਜ਼ਿੰਦਗੀ ਤਾਂ ਲੰਘ ਗਈ ਸੀ, ਪਰ ਉਸਦੀ ਜ਼ਿੰਦਗੀ ਦਾ ਸਫ਼ਰ ਤਾਂ ਹੁਣ ਸ਼ੁਰੂ ਹੋਇਆ ਸੀ। ਮੇਰਾ 1 ਸਾਲ ਦਾ ਮਾਸੂਮ ਪੋਤਾ ਬਿਨ ਬਾਪ ਤੋਂ ਹੋ ਗਿਆ ਸੀ। ਮੇਰੀ ਨੂੰਹ ਨੂੰ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਬੀਤਾ ਕੱਲ੍ਹ ਆ ਜਾਂਦਾ, ਜਿਵੇਂ ਦੁਬਾਰਾ ਉਹੀ ਸਮਾਂ ਆ ਗਿਆ ਹੋਵੇ। ਮੇਰੇ ਹੱਥ ਵਿੱਚ ਕੁਝ ਵੀ ਨਹੀਂ ਸੀ, ਮੈਂ ਕੁਝ ਨਹੀਂ ਕਰ ਸਕਦੀ ਸੀ। ਮੈਨੂੰ ਇਹ ਦੁੱਖ ਅੰਦਰੋਂ ਅੰਦਰੀ ਖਾ ਰਿਹਾ ਸੀ। ਮੇਰੀ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਸੀ। ਜਮ੍ਹਾਂ ਪੂੰਜੀ ਖਤਮ ਹੋ ਰਹੀ ਸੀ। ਹੁਣ ਅੱਗੇ ਕੀ? ਘਰ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ? ਘਰ ਦਾ ਖਰਚਾ ਕਿਵੇਂ ਚੱਲੇਗਾ? ਮੈਂ ਇਸ ਉਮਰ ਵਿੱਚ ਨੂੰਹ ਤੇ ਪੋਤੇ ਦਾ ਸਹਾਰਾ ਕਿਵੇਂ ਬਣਾਂਗੀ? ਮੈਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ। ਮੈਂ ਆਪਣੇ ਆਪ ਨੂੰ ਲਾਚਾਰ ਤੇ ਬੇਬਸ ਮਹਿਸੂਸ ਕਰ ਰਹੀ ਸੀ। ਨੂੰਹ ਇੱਕ ਛੋਟੇ ਬੱਚੇ ਦੀ ਮਾਂ ਸੀ। ਉਸਨੂੰ ਵੀ ਨਹੀਂ ਕਹਿ ਸਕਦੀ ਸੀ ਕਿ ਜਾ ਕੇ ਕਮਾਈ ਕਰ। ਮੇਰੇ ਕੋਲ ਬੇਬਸੀ ਤੋਂ ਇਲਾਵਾ ਕੁਝ ਨਹੀਂ ਬਚਿਆ ਸੀ। ਮੇਰੀ ਨੂੰਹ ਸਾਡੇ ਘਰ ਦੇ ਨਾਲ ਰਹਿਣ ਵਾਲੀ ਸੀਮਾ ਨਾਲ ਘਰ ਤੋਂ ਬਾਹਰ ਜਾਣ ਲੱਗੀ। ਮੈਨੂੰ ਕਹਿ ਕੇ ਜਾਂਦੀ ਕਿ ਮੈਂ ਬਾਜ਼ਾਰ ਚੱਲੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਘਰ ਵਿੱਚ ਰੋਟੀ ਖਾਣ ਦੇ ਪੈਸੇ ਨਹੀਂ ਤੇ ਇਹ ਬਾਜ਼ਾਰ ਕੀ ਕਰਨ ਜਾਂਦੀ ਹੈ। ਪਰ ਇਹ ਸੋਚ ਕੇ ਕੁਝ ਨਾ ਕਹਿੰਦੀ ਕਿ ਚਲੋ ਉਸ ਦਾ ਦੁੱਖ ਘੱਟ ਹੋ ਜਾਵੇਗਾ, ਮਨ ਬਹਿਲ ਜਾਵੇਗਾ। ਇੱਕ ਦਿਨ ਮੈਂ ਪੁੱਛਿਆ ਕਿ ਬਾਜ਼ਾਰ ਵਿੱਚ ਕੀ ਕੰਮ ਹੈ ਤਾਂ ਕਹਿਣ ਲੱਗੀ ਕਿ ਸੀਮਾ ਨੂੰ ਕੰਮ ਹੈ, ਮੈਂ ਤਾਂ ਵੈਸੇ ਹੀ ਨਾਲ ਚੱਲੀ ਹਾਂ। ਫਿਰ ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਤਾਂ ਮੇਰੀ ਨੂੰਹ ਮੈਨੂੰ ਹਸਪਤਾਲ ਲੈ ਗਈ। ਮੈਂ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਪਤਾ ਸੀ ਕਿ ਖਰਚਾ ਬਹੁਤ ਹੋ ਜਾਣਾ ਸੀ, ਪਰ ਮੇਰੀ ਨੂੰਹ ਮੈਨੂੰ ਜ਼ਬਰਦਸਤੀ ਲੈ ਗਈ। ਉੱਥੇ ਡਾਕਟਰ ਨੇ ਟੈਸਟ ਕੀਤੇ ਤੇ ਫਿਰ ਦਵਾਈ ਦਿੱਤੀ। ਮੇਰੀ ਨੂੰਹ ਨੇ ਸਾਰੇ ਪੈਸੇ ਆਪਣੇ ਕੋਲੋਂ ਹੀ ਦਿੱਤੇ, ਮੈਥੋਂ ਇੱਕ ਵੀ ਪੈਸਾ ਨਾ ਮੰਗਿਆ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇਸ ਕੋਲ ਪੈਸੇ ਕਿੱਥੋਂ ਆਏ। ਮੈਂ ਉਸਨੂੰ ਪੁੱਛਿਆ ਕਿ ਕਿੰਨਾ ਖਰਚ ਆ ਗਿਆ, ਪਰ ਉਸਨੇ ਮੇਰੀ ਗੱਲ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਦਿਨ ਬੀਤਦੇ ਗਏ। ਹੁਣ ਤਾਂ ਮੇਰੀ ਨੂੰਹ ਘਰ ਆਉਂਦੇ ਸਮਾਨ ਵੀ ਖਰੀਦ ਲਿਆਉਂਦੀ। ਅੱਜ ਆ ਕੇ ਕਹਿਣ ਲੱਗੀ ਕਿ ਬਹੁਤ ਥੱਕ ਗਈ ਹਾਂ। ਅੱਜ ਮੈਂ ਉਸਨੂੰ ਕਿਹਾ ਕਿਸ ਬਾਰੇ ਗੱਲ ਕਰ ਰਹੀ ਹੈ ਤਾਂ ਉਸਨੇ ਗੱਲ ਬਦਲ ਦਿੱਤੀ। ਅੱਜ ਸੀਮਾ ਨੇ ਬਹੁਤ ਕਮਾਇਆ, ਇਸ ਲਈ ਬਹੁਤ ਥੱਕ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਝੂਠ ਕਿਉਂ ਬੋਲ ਰਹੀ ਹੈ, ਕਿਉਂਕਿ ਉਸਦੇ ਜਾਣ ਤੋਂ ਬਾਅਦ ਸੀਮਾ ਮੇਰੇ ਕੋਲ ਆਈ ਸੀ ਤੇ ਗੱਲਾਂ ਬਾਤਾਂ ਕਰਕੇ ਗਈ ਸੀ। ਮੈਂ ਚਾਹੁੰਦੀ ਤਾਂ ਸੀਮਾ ਤੋਂ ਪੁੱਛ ਸਕਦੀ ਸੀ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਮੇਰੀ ਨੂੰਹ ਬਾਰੇ ਕੋਈ ਵੀ ਗੱਲ ਕਰਨ ਦਾ ਮੌਕਾ ਮਿਲੇ। ਆਪਣੀ ਨੂੰਹ ਦੀ ਗੱਲ ਸੁਣ ਕੇ ਮੈਂ ਚੁੱਪ ਰਹੀ, ਪਰ ਸਮਝ ਗਈ ਸੀ ਕਿ ਕੁਝ ਤਾਂ ਹੈ ਜੋ ਮੇਰੀਆਂ ਅੱਖਾਂ ਤੋਂ ਛੁਪਿਆ ਹੋਇਆ ਹੈ। ਮੈਂ ਸੋਚ ਰਹੀ ਸੀ ਕਿ ਮੇਰੀ ਨੂੰਹ ਕਹਿਣ ਲੱਗੀ ਕਿ ਮੈਨੂੰ ਇੱਕ ਨੌਕਰੀ ਮਿਲ ਗਈ ਹੈ, ਕੱਲ੍ਹ ਤੋਂ ਜਾਣਾ ਹੈ। ਮੈਂ ਉਸਨੂੰ ਕਿਹਾ ਤੂੰ ਕੰਮ ਕਰਨ ਨੂੰ ਰਹਿਣ ਦੇ, ਬੱਚੇ ਨੂੰ ਸੰਭਾਲ ਲਿਆ ਕਰ। ਮੈਂ ਹੀ ਕੋਈ ਛੋਟਾ-ਮੋਟਾ ਕੰਮ ਦੇਖ ਲਵਾਂਗੀ। ਮੈਂ ਉਸਨੂੰ ਬਹੁਤ ਸਮਝਾਇਆ, ਪਰ ਉਹ ਨਾ ਮੰਨੀ। ਉਸਦੇ ਇਸ ਫੈਸਲੇ ਨੇ ਮੈਨੂੰ ਸੋਚ ਵਿੱਚ ਪਾ ਦਿੱਤਾ। ਖੈਰ, ਮੈਂ ਸਵੇਰੇ ਜਲਦੀ ਉੱਠ ਕੇ ਖਾਣਾ ਬਣਾ ਦਿੱਤਾ ਕਿ ਉਸਨੇ ਕੰਮ 'ਤੇ ਜਾਣਾ ਹੋਵੇਗਾ, ਪਰ ਉਹ ਰਸੋਈ ਵਿੱਚ ਆ ਕੇ ਕਹਿਣ ਲੱਗੀ ਕਿ ਖਾਣਾ ਮੈਂ ਬਣਾ ਲੈਣਾ ਸੀ। ਤਾਂ ਮੈਂ ਕਿਹਾ ਤੂੰ ਕੰਮ 'ਤੇ ਜਾਣਾ ਹੈ, ਇਸ ਲਈ ਮੈਂ ਬਣਾ ਦਿੱਤਾ ਤਾਂ ਕਿ ਤੂੰ ਪਹਿਲੇ ਦਿਨ ਹੀ ਲੇਟ ਨਾ ਹੋ ਜਾਵੇਂ। ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਰਾਤ ਨੂੰ ਜਾਣਾ ਹੈ, ਨਾਈਟ ਡਿਊਟੀ ਹੈ। ਮੈਂ ਕਿਹਾ ਰਾਤ ਨੂੰ? ਸਾਲ ਭਰ ਦਾ ਬੱਚਾ ਰਾਤ ਨੂੰ ਆਪਣੀ ਮਾਂ ਤੋਂ ਬਿਨਾਂ ਕਿਵੇਂ ਰਹੇਗਾ? ਮੇਰੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ। ਸ਼ਾਮ ਹੁੰਦੀ ਉਸਨੇ ਖਾਣਾ ਬਣਾਇਆ ਤੇ ਅਸੀਂ ਖਾਣਾ ਖਾ ਲਿਆ। ਮੈਂ ਆਪਣੇ ਪੋਤੇ ਨੂੰ ਲੈ ਕੇ ਚੁੱਪਚਾਪ ਬੈਠ ਗਈ ਤੇ ਉਹ ਆਪਣੇ ਕੰਮ 'ਤੇ ਚਲੀ ਗਈ। ਮੇਰਾ ਮਨ ਕਰ ਰਿਹਾ ਸੀ ਕਿ ਉਸਨੂੰ ਰੋਕ ਲਵਾਂ, ਪਰ ਮੈਂ ਅਜਿਹਾ ਨਾ ਕਰ ਪਾਈ। ਜੇ ਅੱਜ ਮੇਰਾ ਬੇਟਾ ਜਿਉਂਦਾ ਹੁੰਦਾ ਤਾਂ ਮੇਰੀ ਨੂੰਹ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ। ਮੈਂ ਰੱਬ ਨੂੰ ਕੋਸਣ ਲੱਗੀ। ਰਾਤ ਨੂੰ ਮੇਰਾ ਪੋਤਾ ਤਾਂ ਸੌਂ ਗਿਆ, ਪਰ ਮੇਰੀ ਨੀਂਦ ਉੱਡ ਗਈ। ਪਰ ਅੱਧੀ ਰਾਤ ਨੂੰ ਮੇਰਾ ਪੋਤਾ ਉੱਠ ਕੇ ਰੋਣ ਲੱਗਿਆ। ਉਹ ਵੀ ਕਿਸੇ ਤਰੀਕੇ ਨਾਲ ਚੁੱਪ ਨਹੀਂ ਹੋ ਰਿਹਾ ਸੀ, ਸ਼ਾਇਦ ਆਪਣੀ ਮਾਂ ਨੂੰ ਲੱਭ ਰਿਹਾ ਸੀ। ਖੈਰ, ਕਾਫੀ ਜੱਦੋ-ਜਹਿਦ ਤੋਂ ਬਾਅਦ ਮੈਂ ਉਸਨੂੰ ਸੁਲਾ ਦਿੱਤਾ।
ਸਵੇਰੇ ਸੂਰਜ ਦੀ ਪਹਿਲੀ ਕਿਰਨ ਨਾਲ ਮੈਂ ਉੱਠ ਖੜੀ। ਕਿਸੇ ਨੇ ਦਰਵਾਜ਼ਾ ਖੜਕਾਇਆ। ਦੇਖਿਆ ਤਾਂ ਮੇਰੀ ਨੂੰਹ ਸੀ। ਉਸਨੂੰ ਦੇਖ ਕੇ ਮੇਰੀ ਜਾਨ ਵਿੱਚ ਜਾਨ ਆਈ, ਪਰ ਉਸਦਾ ਚਿਹਰਾ ਉਤਰਿਆ ਹੋਇਆ ਸੀ। ਕਹਿਣ ਲੱਗੀ ਕਿ ਬਹੁਤ ਥੱਕ ਗਈ ਹਾਂ। ਮੈਂ ਉਸਨੂੰ ਨਾਸ਼ਤਾ ਦੇ ਦਿੱਤਾ ਅਤੇ ਕਿਹਾ ਕਿ ਆਰਾਮ ਕਰ ਲੈ। ਮੈਂ ਸ਼ਾਮ ਨੂੰ ਉਸਨੂੰ ਕਿਹਾ ਕਿ ਦਿਨ ਦੀ ਡਿਊਟੀ ਨਹੀਂ ਮਿਲ ਸਕਦੀ, ਤਾਂ ਉਹ ਕਹਿਣ ਲੱਗੀ ਕਿ ਕੁਝ ਦਿਨਾਂ ਦੀ ਗੱਲ ਹੈ, ਫਿਰ ਡਿਊਟੀ ਬਦਲ ਜਾਵੇਗੀ। ਮੇਰੇ ਚੁੱਪ ਰਹਿਣ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਉਸਨੂੰ ਬਹਾਨੇ ਨਾਲ ਉਸਦੇ ਕੰਮ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਹਰ ਵਾਰ ਗੱਲ ਬਦਲ ਦਿੰਦੀ ਸੀ। ਇੱਕ ਦਿਨ ਸਵੇਰੇ ਮੈਂ ਨੂੰਹ ਦੀ ਰਾਹ ਦੇਖ ਰਹੀ ਸੀ, ਪਰ ਉਹ ਹਜੇ ਤੱਕ ਨਹੀਂ ਆਈ ਸੀ। ਕਰੀਬ 9 ਵਜੇ ਉਹ ਘਰ ਆਈ ਅਤੇ ਸਿੱਧਾ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਉਹ ਬਹੁਤ ਥੱਕੀ ਲੱਗ ਰਹੀ ਸੀ। ਉਸਦੀ ਹਾਲਤ ਦੇਖ ਕੇ ਮੇਰੇ ਹੱਥੋਂ ਪਾਣੀ ਦਾ ਗਲਾਸ ਛੁੱਟ ਗਿਆ। ਉਸਦੀ ਸਾੜੀ ਫਟੀ ਹੋਈ ਸੀ। ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੈਂ ਉਸਨੂੰ ਪੁੱਛਿਆ ਕਿ ਤੇਰੀ ਇਹ ਹਾਲਤ, ਤਾਂ ਉਹ ਕਹਿਣ ਲੱਗੀ ਕਿ ਉੱਥੇ ਕੰਮ ਕਰਦੀ ਕੁੜੀ ਨਾਲ ਲੜਾਈ ਹੋ ਗਈ ਸੀ। ਉਸਦੀ ਨਜ਼ਰ ਝੁਕੀ ਹੋਈ ਸੀ। ਉਸਨੂੰ ਮਹੀਨੇ ਬਾਅਦ ਤਨਖਾਹ ਮਿਲੀ, ਉਹ ਵੀ 50,000। ਮੇਰਾ ਮੱਥਾ ਫਿਰ ਠਣਕਿਆ ਕਿ ਇੱਕ ਅਨਪੜ੍ਹ ਕੁੜੀ ਦੀ ਇੰਨੀ ਤਨਖਾਹ। ਅਜਿਹਾ ਕਿਹੜਾ ਕੰਮ ਕਰਦੀ ਸੀ ਉਹ? ਹੁਣ ਮੈਂ ਜਾਣਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣੀ ਭਤੀਜੀ ਨੂੰ ਘਰ ਬੁਲਾਇਆ ਅਤੇ ਉਸਨੂੰ ਆਪਣੇ ਪੋਤੇ ਕੋਲ ਛੱਡ ਕੇ ਮੈਂ ਨੂੰਹ ਦਾ ਪਿੱਛਾ ਕਰਨ ਲੱਗੀ। ਥੋੜ੍ਹੀ ਦੇਰ ਬਾਅਦ ਉਹ ਅਜਿਹੀ ਜਗ੍ਹਾ ਪਹੁੰਚੀ ਜੋ ਇੱਕ ਔਰਤ ਲਈ ਨਰਕ ਸਮਾਨ ਹੁੰਦੀ ਹੈ। ਮੇਰੇ ਤਾਂ ਹੋਸ਼ ਉੱਡ ਗਏ, ਕਿਉਂਕਿ ਇਹ ਤਾਂ ਕੋਠਾ ਸੀ। ਮੈਂ ਆਪਣੀ ਨੂੰਹ ਨੂੰ ਪੂਰਾ ਅੰਦਰ ਜਾਣ ਤੋਂ ਪਹਿਲਾਂ ਹੀ ਬਾਂਹ ਫੜ ਕੇ ਮੋੜ ਲਿਆਈ। ਮੈਨੂੰ ਦੇਖ ਕੇ ਉਹ ਘਬਰਾ ਗਈ ਅਤੇ ਚੁੱਪਚਾਪ ਮੇਰੇ ਨਾਲ ਆ ਗਈ। ਕਹਿਣ ਲੱਗੀ ਕਿ ਮੈਂ ਹੋਰ ਕੀ ਕਰਦੀ, ਤੁਹਾਡੇ ਤੋਂ ਕੋਈ ਕੰਮ ਨਹੀਂ ਹੋਣਾ ਸੀ। ਮੈਂ ਅਨਪੜ੍ਹ, ਕੋਈ ਕੰਮ ਦੇਣ ਨੂੰ ਤਿਆਰ ਨਹੀਂ ਸੀ। ਫਿਰ ਇੱਕ ਦਿਨ ਮੈਨੂੰ ਸੀਮਾ ਮਿਲੀ, ਉਹ ਵੀ ਮੇਰੀ ਤਰ੍ਹਾਂ ਹੀ ਸੀ। ਮੈਨੂੰ ਕਹਿਣ ਲੱਗੀ ਕਿ ਕੰਮ ਤਾਂ ਮਿਲ ਜੂ, ਬਸ ਨੱਚਣਾ ਆਉਣਾ ਚਾਹੀਦਾ ਹੈ। ਮੈਂ ਪਹਿਲਾਂ ਤਾਂ ਮਨਾ ਕਰ ਦਿੱਤਾ, ਪਰ ਬਾਅਦ ਵਿੱਚ ਮਜਬੂਰੀ ਵਿੱਚ ਹਾਂ ਕਰ ਦਿੱਤੀ, ਕਿਉਂਕਿ ਹੋਰ ਕੋਈ ਰਸਤਾ ਨਜ਼ਰ ਨਹੀਂ ਆਇਆ। ਮੈਨੂੰ ਠੀਕ ਤਰ੍ਹਾਂ ਨੱਚਣਾ ਨਹੀਂ ਆਉਂਦਾ ਸੀ, ਇਸ ਲਈ ਉੱਥੇ ਜੋ ਵੱਡੀ ਦੀਦੀ ਸੀ ਉਹ ਮਾਰ-ਮਾਰ ਕੇ ਸਿਖਾਉਂਦੀ ਸੀ। ਉਸਦੇ ਕਰਕੇ ਮੇਰੇ ਕੱਪੜੇ ਫਟ ਜਾਂਦੇ ਸਨ। ਮੈਨੂੰ ਮਾਫ਼ ਕਰ ਦਿਓ, ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਨੂੰਹ ਨੂੰ ਕੰਮ ਛੱਡਣ ਬਾਰੇ ਕਹਿ ਦਿੱਤਾ। ਫਿਰ ਉੱਥੋਂ ਅਸੀਂ ਕਿਸੇ ਹੋਰ ਜਗ੍ਹਾ ਰਹਿਣ ਲਈ ਚਲੇ ਗਏ। ਹੁਣ ਅਸੀਂ ਦੋਨੋਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ, ਮਿਹਨਤ ਨਾਲ ਰੋਜ਼ੀ ਰੋਟੀ ਕਮਾਉਂਦੀਆਂ ਹਨ। ਦੋਸਤੋ, ਜੇ ਬੱਚੇ ਕੋਈ ਗਲਤ ਕਦਮ ਉਠਾ ਲੈਂਦੇ ਹਨ ਤਾਂ ਵੱਡਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਮਾਫ਼ ਕਰਕੇ ਸਹੀ ਰਸਤੇ 'ਤੇ ਲੈ ਆਉਣ। ਤਾਂ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।